पंजाब के नवे वित्त मंत्री हरपाल सिंह चिम्मा एक्शन मोड विच नजर आए। चिम्मा ने दृढ़बा के तहसील कंपलैक्स की चैकिंग की। इस दौरान तहसीलदार गैर हाजिर पाया गया, जिस मगरों चिम्मा ने तहसीलदार तो रिपोर्ट मंगी है। इस मौके वित्त मंत्री ने लोगों दीयां मुश्किलां भी सुनिया। देखो, सुविधा सेंटर ਦੇ ਵਿੱਚ ਮੈਂ ਜਿੰਨੇ ਵੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਸੀ ਉਹਨਾਂ ਨੂੰ ਪੁੱਛਿਆ ਕਿ ਇੱਥੇ ਕੋਈ ਕਰਪਸ਼ਨ ਰਿਸ਼ਵਤਖੋਰੀ ਹੁੰਦੀ ਹੈ। ਉਹਨਾਂ ਨੇ ਕਿਹਾ ਵੀ ਨਹੀਂ, ਬਿਲਕੁਲ। ਹੁਣ ਜਦੋਂ ਦੀ ਭਗਵੰਤ ਮਾਨ ਜੀ ਨੇ ਸੀਐਮ ਦੇ ਵਜੋਂ ਸਹੁੰ ਚੁੱਕੀ ਆ, ਸੀਐਮ ਬਣੇ ਨੇ ਪੰਜਾਬ ਦੇ, ਉਸ ਤੋਂ ਬਾਅਦ ਜਿਹੜੀ ਰਿਸ਼ਵਤਖੋਰੀ ਆ ਬਿਲਕੁਲ ਬੰਦ ਹੋ ਚੁੱਕੀ ਆ। ਇਹ ਸਾਰਿਆਂ ਨੇ ਮੈਨੂੰ ਕਿਹਾ ਹੈਗਾ ਔਰ ਸਾਰੇ ਅਧਿਕਾਰੀਆਂ ਨੂੰ ਪੁੱਛਿਆ ਹੈਗਾ। ਔਰ ਦੂਜਾ, ਤਹਿਸੀਲਦਾਰ ਸਾਹਿਬ ਇੱਕ ਧਰਨਾ ਲੱਗਿਆ ਹੋਇਆ, ਉੱਥੇ ਗਏ ਹੋਏ ਨੇ, ਪਰ ਲੇਕਿਨ ਨਾਇਬ ਤਹਿਸੀਲਦਾਰ ਸਾਹਿਬ ਜਿਹੜੇ ਇੱਥੇ ਦੇ ਨੇ ਉਹ ਗੈਰ ਹਾਜ਼ਰ ਨੇ। ਉਹਨਾਂ ਬਾਰੇ ਮੈਂ ਰਿਪੋਰਟ ਜਿਹੜੀ ਆ ਉੱਚ ਅਧਿਕਾਰੀਆਂ ਤੋਂ ਮੰਗੀ ਹੈ ਕਿ ਕਿਉਂ ਗੈਰ ਹਾਜ਼ਰ ਨੇ, ਉਹਦੇ ਕਾਰਨ ਕੀ ਨੇ, ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਰ, ਕਿਹੜੇ ਧਰਨੇ ਤੇ ਗਏ? ਲੌਗ ਬੁੱਕ ਚੈੱਕ ਕਰੋਗੇ? ਕਈ ਵਾਰ ਵੈਸੇ ਹੀ ਉਹ ਧਰਨੇ ਤੇ ਗਏ ਨੇ, ਬਿਲਕੁਲ ਮੈਨੂੰ ਪਤਾ ਹੈਗਾ, ਕਿਉਂਕਿ ਉਹਨਾਂ ਕੋਲ ਡਬਲ ਚਾਰਜ ਹੈ ਲਹਿਰਾ ਕਾਕਾ ਦਿੜਵੇ ਦਾ। ਉੱਥੇ ਇੱਕ ਜਿਹੜੀ ਆ ਕਾਲਜ ਦੇ ਵਿੱਚ ਸੁਸਾਈਡ ਡੈਥ ਹੋ ਗਈ ਹੈ, ਉਹਦਾ ਵੀ ਮਸਲਾ ਹੱਲ ਕਰ ਰਹੇ ਹਾਂ ਕਿ ਉੱਥੇ ਗਏ ਹੋਏ ਨੇ, ਉਹ ਮੇਰੇ ਧਿਆਨ 'ਚ। ਤੁਸੀਂ ਆਪਣੇ ਹਲਕੇ 'ਚ ਪਹਿਲੀ ਵਾਰ ਇਹ ਚੈਕਿੰਗ ਕੀਤੀ ਹੈ, ਕਿਉਂ ਤੁਹਾਨੂੰ ਲੱਗਿਆ ਵੀ? ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਮੇਰੇ ਕੋਲ ਆ ਰਹੀਆਂ ਸੀਗੀਆਂ, ਪ੍ਰੋਬਲਮ ਲੋਕਾਂ ਦੀ ਆ ਰਹੀਆਂ ਸੀਗੀਆਂ, ਉਹਨਾਂ ਨੂੰ ਐਡਰੈਸ ਕਰਨਾ ਸੀਗਾ, ਇਸ ਲਈ ਆਇਆਂਗੇ। ਕਿਉਂਕਿ ਬਜਟ ਸੈਸ਼ਨ ਆ ਰਿਹਾ, ਬੜੀ ਜਲਦੀ ਬਜਟ ਬਣਾਉਣਾਗਾ ਔਰ ਤਹਿਸੀਲ ਕੰਪਲੈਕਸ ਦੀਆਂ ਕੀ ਸਮੱਸਿਆਵਾਂ ਨੇਗੀਆਂ ਉਹ ਵੀ ਆ ਕੇ ਲੋਕਾਂ ਦੇ ਵਿੱਚ ਮਿਲ ਕੇ ਪਤਾ ਕਰਾਂਗੇ ਕਿੱਥੇ ਕਿੱਥੇ ਕੀ ਸਮੱਸਿਆਵਾਂ ਨੇ, ਤਾਂ ਕਿ ਉਹ ਸਹੀ ਤਰੀਕੇ ਨਾਲ ਸਹੀ ਉਹਨਾਂ ਦਾ ਹੱਲ ਹੋ ਸਕੇ। ਸਰ, ਹੁਣ ਇਸ ਤੋਂ ਅੱਗੇ ਕਿੱਥੇ ਕੋਈ ਹੋਰ ਚੈਕਿੰਗ ਕੀਤੀ ਜਾਏਗੀ? ਦੇਖੋ, ਮੈਂ ਆਪਣੇ ਦਫ਼ਤਰ ਜਿਹੜਾ ਹੈਗਾ, ਸਾਰੇ ਅੱਜ ਸੰਗਤ ਦਰਬਾਰ ਆ, ਲੋਕ ਆ ਰਹੇ ਨੇ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ, ਦਫ਼ਤਰ ਬੈਠ। पंजाब के मुख्य मंत्री भगवंत मान ने कहा कि मैं खुद एक अध्यापक का पुत हाँ अते मैं समझदा हाँ कि जे सिक्ख्या के पद्धर नूं सुधारना है तो अध्यापकों नूं नाल लैके चलना होवेगा। उन्होंने कहा कि असीं फैसला लिया है कि साडे अध्यापकों नूं हुण टैंकियां तो उतार के असीं वापस क्लासरूमां विच लैके आवांगे अते उन्हां तो सिक्ख्या तो इलावा होर कोई काम नहीं लिया जावेगा। ਆਪਾਂ ਸਿਰਫ ਪਹਿਲਾਂ ਸਕੂਲ ਦੀਆਂ ਕੰਧਾਂ ਤੇ ਲਿਖੇ ਹੀ ਦੇਖਦੇ ਸੀ, ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ, ਸੇਵਾ ਲਈ ਆਓ ਸਿੱਖਣ ਲਈ ਆਓ, ਸੇਵਾ ਲਈ ਜਾਓ। ਉਹਦਾ ਇੱਦਾਂ ਹੀ ਰਹਿ ਗਿਆ, ਉਹ ਤਾਂ ਲਿਖਿਆ ਲਿਖਾਇਆ। ਸਕੂਲ ਖਾਲੀ ਪਏ ਨੇ ਟੀਚਰਾਂ ਤੋਂ। ਉਹ ਸਕੂਲ ਦੇ ਸਾਹਮਣੇ ਜਿਹੜੀ ਪਾਣੀ ਦੀ ਟੈਂਕੀ ਹੈ ਉਹ ਭਰੀ ਪਈ ਹੈ ਟੀਚਰਾਂ ਨਾਲ। ਉਹ ਕਹਿੰਦੇ ਸਾਨੂੰ ਰੱਖ ਲਓ, ਕਹਿੰਦੇ ਨਾ ਜੀ ਤੁਸੀਂ ਟੈਂਕੀ ਤੇ ਰਹੋ। ਉਹਨਾਂ ਨੂੰ ਥੱਲੇ ਲਾਵਾਂਗੇ, ਪਿਆਰ ਨਾਲ ਰਹਾਂਗੇ, ਆਪਣੀ ਧੀਆਂ ਪੁੱਤ ਨੇ ਉਹ ਥੱਲੇ। ਵਿਦਿਆ ਦਾ ਮਿਆਰ ਜਿਹੜਾ ਹੈ ਉਹ ਵਰਲਡ ਕਲਾਸ ਕੀਤਾ ਜਾਊਗਾ। ਕਿਸੇ ਨੂੰ ਅਸੀਂ ਬਦਲਾਖੋਰੀ 'ਚ ਤੰਗ ਨਹੀਂ ਕਰਨਾ ਹੈ। ਖੁਦ ਇੱਕ ਮੈਂ ਟੀਚਰ ਦਾ ਬੇਟਾ। ਇੱਕ ਹੋਰ ਫੈਸਲਾ ਅਸੀਂ ਕਰਿਆ, ਦਿੱਲੀ ਦੇ ਵਿੱਚ ਵੀ ਇਹ ਫੈਸਲਾ ਲਾਗੂ ਹੈ ਕਿ ਜਿਹੜੇ ਪੰਜਾਬ ਦੇ ਸਕੂਲਾਂ ਦੇ ਕਾਲਜਾਂ ਦੇ ਟੀਚਰ ਨੇ, ਪ੍ਰੋਫੈਸਰ ਨੇ, ਉਹਨਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ। ਵੋਟਾਂ ਪਵਾਉਣੀਆਂ ਨੇ, ਨੌਜਵਾਨ ਮੁੰਡੇ ਹਾਇਰ ਕਰ ਲਾਂਗੇ, ਟ੍ਰੇਨਿੰਗ ਦੇ ਦਾਂਗੇ। ਜਨਗਣਨਾ ਕਰਨੀ ਹੈ, ਜੋ ਕਰਨਾ ਹਾਇਰ ਕਰ ਲਾਂਗੇ, ਟ੍ਰੇਨਿੰਗਾਂ ਦੇ ਦਾਂਗੇ। ਇੱਥੇ ਕੀ ਹੁੰਦਾ ਹੁਣ? ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਨੇ। ਸੋ ਜੇ ਟੀਚਰਾਂ ਨੂੰ ਆਪਣੇ ਫਿਊਚਰ ਦੀ ਚਿੰਤਾ ਰਹੂਗੀ, ਜਿਹਨੂੰ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ, ਤਾਂ ਫਿਰ ਉਹ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਬਣਾਉਣਗੇ? ਸੋ ਬ੍ਰੇਨ ਡਰੇਨ ਹੋ ਰਿਹਾ। ਨਾਲ ਇੱਕ ਬੱਚਾ 15 ਲੱਖ ਰੁਪਈਆ ਲੈ ਕੇ ਜਾਂਦਾ ਹੈ, 2 ਸਾਲਾਂ ਬਾਅਦ ਉਹਦਾ ਪਰਿਵਾਰ ਖਾਲੀ ਕਰ ਲਿਆ ਇਸ ਤਾਂ ਪੰਜਾਬ। ਉਹਨਾਂ ਨੂੰ ਵੀ ਬੇਨਤੀਆਂ ਕਰਾਂਗੇ ਕਿ ਆਜੋ ਆਪਾਂ ਆਪਣਾ ਘਰ ਠੀਕ ਕਰ ਰਹੇ ਹਾਂ, ਆਜੋ ਆਪਾਂ ਆਪਣੇ ਘਰ ਨੂੰ ਠੀਕ ਕਰੀਏ। ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਹੈ, ਪੀਰਾਂ ਫਕੀਰਾਂ ਸ਼ਾਇਰਾਂ ਦੀ ਧਰਤੀ ਹੈ। ਇਹ ਧਰਤੀ ਨੂੰ ਆਪਾਂ ਛੱਡ ਕੇ ਨਹੀਂ ਜਾਣਾ ਔਰ ਕਿਸੇ ਖਿੱਤੇ 'ਚ ਜਾਂ ਜਾਤਾਂ ਪਾਤਾਂ 'ਚ ਇਹਦੇ 'ਚ ਨਹੀਂ ਪੈਣਾ। ਪਾਰਲੀਮੈਂਟ ਦੇ ਵਿੱਚ ਮੈਂ ਬੋਲਿਆ ਸੀ कि लंबे सफ़र को मीलों में मत बांटिए, लंबे सफ़र को मीलों में मत बांटिए, कौम को कबीलों में मत बांटिए। श्रोमणी गुरुद्वारा प्रबंधक कमेटी के बजट इजलास दौरान सिख मामलों नाल संबंधित अहम मते पास किए गए। श्रोमणी कमेटी के प्रधान एडवोकेट हरजिंदर सिंह धामी वालों पेश किए गए इन्हां वख-वख मतिआं नूं हाज़र मैंबरां ने जयकारियां दी गूंज विच प्रवानगी दित्ती। पास किए गए इन्हां मतिआं विच श्री गुरु ग्रंथ साहिब जी की
ਪਾਵਨ ਗੁਰਬਾਣੀ ਨਾਲ ਛੇੜਛਾੜ ਕਰਕੇ ਛਾਪਣ ਦੀ ਨਿੰਦਾ, ਗੁਰਮੁਖੀ ਲਿਪੀ ਦਿਵਸ ਮਨਾਉਣ ਆਦਿ ਹੋਰ ਸਿੱਖ ਮਸਲੇ ਸ਼ਾਮਲ ਸਨ। ਮਤਾ ਨੰਬਰ 1 ਪਿਛਲੇ ਕੁਝ ਸਮੇਂ ਤੋਂ ਇਹ ਧਿਆਨ ਵਿੱਚ ਆਇਆ ਹੈ ਕਿ ਗੁਰਬਾਣੀ ਦੀ ਪਾਠਗਤ ਸੁਧਾਈ ਅਤੇ ਉਚਾਰਨ ਦੀ ਸ਼ੁੱਧਤਾ ਦੇ ਨਾਂ ਹੇਠ ਗੁਰਬਾਣੀ ਦੇ ਮੂਲ ਪਾਠ ਨਾਲ ਛੇੜਛਾੜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾ ਰਹੀ ਹੈ। ਇਹ ਗੁਰਬਾਣੀ ਭਾਸ਼ਾ, ਵਿਆਕਰਨ, ਲਿਖਤ ਦੇ ਅਦਬ, ਸਿੱਖ ਧਰਮ, ਸਿੱਖ ਮਰਿਆਦਾ ਤੇ ਪਰੰਪਰਾ ਦੇ ਵਿਰੁੱਧ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਅੱਜ ਦਾ ਇਹ ਇਜਲਾਸ ਸਮੂਹ ਖਾਲਸਾ ਪੰਥ, ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਮੂਹ ਸਿੱਖ ਸੰਸਥਾਵਾਂ ਅਤੇ ਸੰਗਠਨਾਂ ਦੇ ਧਿਆਨ ਵਿੱਚ ਲਿਆਉਂਦਾ ਹੋਇਆ, ਜਿੱਥੇ ਇਹ ਅਗਿਆਨ ਭਰੀਆਂ ਘਿਨਾਉਣੀਆਂ ਹਰਕਤਾਂ ਦੀ ਘੋਰ ਨਿੰਦਾ ਕਰਦਾ ਹੈ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਇਹ ਪੁਰਜ਼ੋਰ ਅਪੀਲ ਕਰਦਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਸ ਬਾਰੇ ਤੁਰੰਤ ਆਦੇਸ਼ ਜਾਰੀ ਕਰਕੇ ਸਖਤ ਤਾੜਨਾ ਕਰਨ ਦੀ ਕੋਈ ਵੀ ਵਿਅਕਤੀ, ਸੰਗਠਨ ਜਾਂ ਸੰਸਥਾ ਗੁਰਬਾਣੀ ਦੀ ਪਾਠਗਤ ਸੁਧਾਈ ਅਤੇ ਸ਼ੁੱਧ ਉਚਾਰਨ ਦੇ ਨਾਂ ਹੇਠ ਛਪਾ ਰਹੀ ਡਿਜੀਟਲ ਸੰਸਕਰਣ ਤਿਆਰ ਕਰਨ ਦਾ ਹੀਹਾ ਨਾ ਕਰੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਜਨ ਇਜਲਾਸ ਇਹ ਦ੍ਰਿੜ ਕਰਵਾਉਣ ਦੀ ਅਤੀ ਜ਼ਰੂਰੀ ਸਮਝਦਾ ਹੈ ਕਿ ਸਮੂਹ ਖਾਲਸਾ ਪੰਥ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਲਈ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਸੰਪਾਦਿਤ ਕੀਤੀ ਗੁਰਬਾਣੀ ਅਤੇ ਬਾਅਦ ਵਿੱਚ 10ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 9ਵੇਂ ਮਹੱਲੇ ਦੀ ਸ਼ਾਮਲ ਕੀਤੀ ਬਾਣੀ ਹੀ ਅੰਤਮ ਅਸਲ ਤੇ ਸਰਬਤਾ ਸੁੱਧ ਹੈ। ਅੱਜ ਦਾ ਇਹ ਜਨ ਇਜਲਾਸ ਇਹ ਮਹਿਸੂਸ ਕਰਦਾ ਹੈ ਕਿ ਅੱਜ ਬਹੁਤ ਸਾਰੀਆਂ ਮੋਬਾਈਲ ਐਪਸ ਅਤੇ ਵੈਬਸਾਈਟ ਮੌਜੂਦ ਹਨ ਜਿਨ੍ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ PDF ਤੇ ਹੋਰ ਵੱਖ-ਵੱਖ ਰੂਪਾਂ ਵਿੱਚ ਅਪਲੋਡ ਕੀਤਾ ਹੋਇਆ ਹੈ। ਇਹ ਲੋਕ ਗੁਰਬਾਣੀ ਦੀ ਪ੍ਰਮਾਣਿਕਤਾ ਨੂੰ ਦੇਖੇ ਪਰਖੇ ਬਿਨਾਂ ਹੀ ਵੈਬਸਾਈਟਾਂ ਅਤੇ ਐਪਸ ਤੇ ਅਪਲੋਡ ਕਰਕੇ ਸੰਗਤਾਂ ਤੱਕ ਪਹੁੰਚਾ ਰਹੇ ਹਨ। ਇਸ ਵਰਤਾਰੇ ਤੇ ਰੋਕ ਲੱਗਣੀ ਜ਼ਰੂਰੀ ਹੈ। ਜਨ ਇਜਲਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਸਤਿਕਾਰ ਸਹਿਤ ਇਹ ਵੀ ਅਪੀਲ ਕਰਦਾ ਹੈ ਕਿ ਇਸ ਸੰਬੰਧ ਵਿੱਚ ਵਿਚਾਰ ਵਟਾਂਦਰੇ ਉਪਰੰਤ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਦੀਸ਼ਾਂਤ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਸਮਾਰੋਹ ਨੂੰ ਸੰਬੋਧਿਤ ਕੀਤਾ। ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੜ੍ਹਨ ਮਗਰੋਂ ਤੁਹਾਨੂੰ ਨੌਕਰੀ ਲੱਭਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾਉਣਾ ਹੈ, ਤੁਹਾਨੂੰ ਬਿਜ਼ਨਸ ਕਰਨਾ ਹੈ। ਇਸ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਬਿਜ਼ਨਸ ਬਲਾਸਟਰ ਪ੍ਰੋਗਰਾਮ। ਇਸ ਦੇ ਤਹਿਤ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ 2-2 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਤੇ ਉਹਨਾਂ ਨੂੰ ਬਿਜ਼ਨਸ ਬਾਰੇ ਸੋਚਣ ਅਤੇ ਬਿਜ਼ਨਸ ਕਰਨ ਲਈ ਕਿਹਾ ਜਾਂਦਾ ਹੈ। आपको जान के ताज्जुब होगा, इतने शानदार बिजनेस आइडियाज ही नहीं, बिजनेस करना चालू किया 2,000 रुपये से। 2,000 रुपये तो आज कुछ नहीं होते। आपको लग रहा होगा 2,000 रुपये क्या होते हैं, लेकिन मैं आपको 3-4 आइडियाज बताता हूँ। आप सोच के दंग रह जाओगे कि हमारे बच्चे के दिमाग कितने फर्टाइल हैं। हर बच्चे को 2-2 हज़ार रुपये देते हैं, वो बिजनेस आइडिया सोचते हैं, बिजनेस शुरू करते हैं। बिजनेस शुरू करने के बाद उसमें कुछ प्रॉफिट कमाते हैं और फिर हमने एक इन्वेस्टमेंट समिट रखी। देश के बड़े बड़े अमीर लोगों को बुलाया और उन अमीरों के सामने, उन पैसे वालों के सामने हमारे बच्चों ने प्रेजेंटेशन किया कि जी मैं ये बिजनेस कर रहा हूं, विल यू लाइक टू इन्वेस्ट इन माय बिजनेस। 11वीं 12वीं के बच्चे बड़े बड़े उद्योगपतियों के सामने प्रेजेंटेशन कर रहे हैं कि साहब मेरे बिजनेस में इन्वेस्ट करोगे। और कई सारे बच्चों को ऑन द स्पॉट इन्वेस्टमेंट मिला। एक टीम है, 5 बच्चों ने कॉफी का सब्स्टिट्यूट निकाला, एक ड्रिंक बनाया। उस ड्रिंक में कैफीन नहीं है, लेकिन वो कॉफी जैसा टेस्ट करता है, कॉफी जैसी स्मेल आती है। बच्चों ने 11वीं 12वीं के बच्चों ने इजाद किया।
उसमें आयरन, कैल्शियम, एंटीवायरल, कई सारी उसमें क्वालिटीज़ हैं। और 10,000 की 5 बच्चे थे, 10,000 की इन्वेस्टमेंट थी, 50,000 रुपये कमा लिए। और इन्वेस्टमेंट समिट में उनको बड़े बड़े 18 लाख रुपए की उनको इन्वेस्टमेंट मिल गई उसके अंदर। 8 बच्चों ने मिलके एक नई किस्म की व्हील चेयर बनाई है, स्मार्ट व्हील चेयर, जिसमें अपंग लोग यूज कर सकते हैं उसको। उनको उस इन्वेस्टमेंट समिट में 5.5 लाख रुपए मिले। ऑलरेडी 60,000 रुपए कमा चुके हैं वो बच्चे। कुछ बच्चे ऐसे थे जिन्होंने स्मार्ट अंधे और बहरे लोगों के लिए ब्लाइंड स्टिक बनाई, वो ब्लाइंड स्टिक लेके चल सकते हैं। उन बच्चों ने लगभग 6 बच्चे थे, 17,500 रुपये कमा चुके और 5 लाख रुपए का इन्वेस्टमेंट मिला उनको। ऐसे ढेरों आइडियाज हैं। दिल्ली सरकार के 11वीं और 12वीं क्लास के स्कूलों में 3 लाख बच्चे पढ़ते हैं। इन 3 लाख बच्चों को, हर बच्चे को हमने 2-2 हज़ार रुपए दिए। 60 करोड़ रुपए हमने बच्चों में बांटे। ਚੰਡੀਗੜ੍ਹ ਦੇ ਮੁੱਦੇ ਮਗਰੋਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਆਰਡੀਐਫ ਫੰਡ ਰੋਕਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਵੱਲੋਂ ਵੱਡਾ ਬਿਆਨ ਦਿੰਦਿਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਆਪਣੀ ਪਾਰਟੀ ਵਾਲੇ ਸੂਬਿਆਂ ਦਾ ਪੱਖ ਪੂਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦਾ ਕੰਮ ਕਰ ਰਹੀ ਹੈ। ਪਰ ਪੰਜਾਬ ਸਰਕਾਰ ਕੇਂਦਰ ਪਾਸੋਂ ਆਪਣੇ ਹੱਕ ਲੈ ਕੇ ਰਹੇਗੀ। देखो मैनू ये लगता कि जिहड़ा इहो जिहा वरताओ आ कि ये केंद्र सरकार दा पहली बारी नहीं हो रहा। अक्सर ही पंजाब दे नाल एक जिहड़ी कह लो कि एक मतरेई मां वाला वरतीरा है वो हमेशा ही केंद्र ने रखिया ते जिहदा अफकोर्स पंजाब नूं समय-समय सिर इस चीज़ दा हरजाना जिहड़ा आ वो भरना पिया है। ते अफकोर्स पंजाब सरकार आम आदमी पार्टी की सरकार पंजाब प्रति पूरी तरह के नाल सुहिरद आ। सो जिहड़े पंजाब के हक ने वो मतलब किसी भी तरीके दे नाल इस तरीके नाल कि उत्थों केंद्र तक नहीं छड्डे जाणगे। अफकोर्स पंजाब के हर वर्ग नूं ध्यान च रखते हुए ते जिहड़ा पंजाब सरकार सुहिरद तरीके दे नाल अपने हक्कां नूं लैके बिल्कुल अगे बढ़ेगी। मैडम बिजली का भी चल रहा, बिजली का 750 मैगावाट बिजली पंजाब सेम मतलब एक तरह का केंद्र सरकार ने एक इहो जिहा वरतीरा बना लिया कि हर फैडरल ढांचे ते अटैक करना जिहड़ा सीधा सामने दिस रहा है। तो भावें वो बिजली जिहड़ी आ ना देनी ते भावें वो फंड्स रोकने, मैनूं लगदा भी दोनों चीज़ों के विच कोई बड़ा फर्क नहीं है। कहण दा मतलब एक इनडायरैक्ट तरीके दे नाल जिहड़ी केंद्र सरकार आ वो हर तरीके का जिहड़ा आ अत्याचार वो अपनियां स्टेट्स ते करन लगी हुई है, जिहदा वड्डा हरजाना जिहड़ा वो इस वेले पंजाब भर रहा है। तो पर कोई गल नहीं, लैट्स वेट फॉर द राइट टाइम। जिहड़ी आम आदमी पार्टी की सरकार आ पूरी तरह दे नाल सुहिरद आ, अपने लोगों को ध्यान च रखते हुए पंजाब स्टेट को ध्यान च रखते हुए अपना हर हक जिहड़ा आ केंद्र तो लैके ਉਹਦੇ ਉਲਟਾ ਹਰਿਆਣਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ। ਇਹ ਤੋਂ ਲੱਗਦਾ ਨਹੀਂ ਵੀ ਨਵੀਂ ਸਰਕਾਰ ਬਣਨ ਕਰਕੇ ਵੀ ਕਿਤੇ ਨਾ ਕਿਤੇ ਓਬਵੀਅਸਲੀ ਇਸ ਜੇ ਇੱਕ ਸਟੇਟ ਨੂੰ ਛੱਡਿਆ ਜਾ ਰਿਹਾ ਦੂਸਰੀ ਸਟੇਟ ਨੂੰ ਉਹ ਹੱਕ ਦਿੱਤੇ ਜਾ ਰਹੇ ਆ ਤਾਂ ਇਹ ਵੀ ਇੱਕ ਤਰ੍ਹਾਂ ਦੀ ਬਿਹਾਈਂਡ ਇਹਦੇ ਇੱਕ ਕਰਟਨ ਇੱਕ ਅਜਿਹੀ ਪੋਲੀਟਿਕਸ ਹੋਊਗੀ ਜਿਹੜੀ ਟਾਈਮ ਦੇ ਨਾਲ ਬਾਹਰ ਆ ਜਾਊਗੀ। ਕਿਉਂਕਿ ਇੱਕ ਸਰਕਾਰ ਨੂੰ ਦੱਬਣਾ ਚਾਹੁੰਦੀ ਹੈ ਕੇਂਦਰ ਸਰਕਾਰ, ਦੂਜੀ ਸਰਕਾਰ ਨੂੰ ਫਲਰਿਸ਼ ਕਰਨਾ ਚਾਹੁੰਦੀ ਹੈ। ਇਹ ਤਾਂ ਸਿੱਧਾ ਵਰਤੀਰਾ ਉਹਨਾਂ ਦਾ ਸਾਹਮਣੇ ਆ ਰਿਹਾ। ਜੇ ਹਰਿਆਣਾ ਨੂੰ ਦੇ ਰਹੀ ਆ दैट मीनस अपना पक्ष पूर रही है, जे पंजाब नूं दब रही है दैट मीनस पंजाब सरकार। अरविंद केजरीवाल के घर ते होए हमले नूं लैके दिल्ली के उप मुख्यमंत्री मनीष सिसोदिया ने प्रेस कॉन्फ्रेंस की। इस दौरान सिसोदिया ने भाजपा ते वड्डा दोष लाउंदे होए कहा कि भाजपा अरविंद केजरीवाल जी का कतल करवाउणा चाहुंदी है। इस दे नाल ही सिसोदिया ने कहा कि पुलिस दी भी इस विच मिलीभुगत है। भारतीय जनता पार्टी को मिली 0 सीट के बाद बीजेपी इस हरकत पे उतर आई है कि अब अरविंद केजरीवाल जी की हत्या करवाना चाहती है। वो अरविंद केजरीवाल जी को मारना चाहती है। आज पुलिस की मौजूदगी में पुलिस के साथ भारतीय जनता पार्टी के गुंडे मुख्यमंत्री जी अरविंद केजरीवाल जी के घर पे पहुंचाए गए। उनका सीसीटीवी तोड़े गए उनके घर के, उनके बूम बैरियर तोड़े गए, सिक्योरिटी के बूम बैरियर तोड़े गए उनके घर के, और सब कुछ पुलिस की मौजूदगी में हुआ, भारतीय जनता पार्टी के गुंडों ने किया जाके। आज जाहिर सी बात है
बहुत साफ दिख रहा था आज कि किस तरह से बहुत सोची समझी साजिश के तहत अरविंद केजरीवाल जी पे हमला किया गया। अरविंद केजरीवाल जी को चुनाव में नहीं हरा पा रही है, अरविंद केजरीवाल जी को पीछे नहीं कर पा रही है, तो अब अरविंद केजरीवाल जी को खत्म करना चाहती है भारतीय जनता पार्टी। अरविंद केजरीवाल जी को हत्या करके उनकी खत्म करने की कोशिश कर रही है। आज का ये पूरा हमला बहुत सोची समझी साजिश के तहत अरविंद केजरीवाल जी के ऊपर हमला किया गया, उनकी हत्या कराने के लिए किया गया। मैं बीजेपी को कहना चाहता हूं कि अरविंद केजरीवाल जी को हाथ लगाने की कोशिश मत करो। इस तरह से हमला करके उनकी हत्या करवाने की साजिश करोगे, ये देश बर्दाश्त नहीं करेगा। आज भारतीय जनता पार्टी ने जिस तरह से जानलेवा हमला किया है, जानबूझ के पुलिस लेके गई वहां पर बूम बैरियर के पास में, गुंडों को लेके गई, उनके सीसीटीवी कैमरे तोड़वाए गए, उनके घर के बूम बैरियर तोड़वाए गए। जो मैंने पहले कहा, फिर से दोहरा रहा हूं कि पंजाब में हार की वजह से, पंजाब में 0 सीट मिली है भारतीय जनता पार्टी को और पंजाब में आम आदमी पार्टी की प्रचंड जीत हुई है, उससे पूरी तरह से बौखला गई है भारतीय जनता पार्टी। और अब वो केजरीवाल जी को जब चुनाव में नहीं हरा पा रही, जब किसी तरह से साजिशें कर करके नहीं हरा पा रही, तो अब वो उनको मरवाना चाहती है, उनकी हत्या कराना चाहती है। ये बहुत खतरनाक खेल खेल रहे हैं भारतीय जनता पार्टी वाले लोग, और आज जो किया वो केवल और केवल अरविंद केजरीवाल जी की हत्या का एक षड्यंत्र किया है इन्होंने। कंप्लेंट कर रहे हैं, सारा सब कुछ पुलिस, जो पुलिस वहां लेके गई है कंप्लेंट तो उसी से करेंगे। तो ये क्या सर, ये एक तरीके से क्रिमिनल आप इसको देख रहे हैं या पॉलिटिकल देख रहे हैं? किस तरीके का ये जो पूरा आज जो हुआ है केजरीवाल जी के घर से? सीधे सीधे क्रिमिनल है, पॉलिटिकल कहाँ है? पॉलिटिक्स तो बहाना है, वास्तव में तो अरविंद केजरीवाल जी को मरवाना है इनका इरादा। ये क्यों लेके गए वहां पे? कैसे किसी मुख्यमंत्री के दरवाजे तक पहुंच सकती है पुलिस इस देश में? ये गुंडे इस तरह से पहुंच सकते हैं इस देश में? केवल और केवल क्योंकि उनकी साजिश है। भारतीय जनता पार्टी पुलिस को साथ में लेके इस हत्या को अंजाम देना चाहती है। सर, पुलिस अधिकारी